ਹੈਲੋ एवरीवन। ਅੱਜ ਅਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਜਨਰਲ ਇੰਗਲਿਸ਼ +2 ਕਲਾਸ ਸੈਕੰਡ ਜਿਹੜੀ ਪੋਇਮ ਸ਼ੁਰੂ ਕਰਨ ਜਾ ਰਹੇ ਹਾਂ ਸੈਕਸ਼ਨ ਬੀ ਦੀ। ਜਿਹੜੀ ਲਾਸਟ ਜਿਹੜੀ ਪੋਇਮ ਅਸੀਂ ਡਿਸਕਸ ਕੀਤੀ ਉਹ ਸੀਗੀ ਪ੍ਰੇਅਰ ਆਫ ਦਾ ਵੁੱਡਸ। ਜਿਹੜੀ ਅੱਜ ਦੀ ਪੋਇਮ ਹੈ ਆਪਣੀ ਔਨ ਫਰੈਂਡਸ਼ਿਪ। ਇਹ ਪੋਇਮ ਸੈਕੰਡ ਪੋਇਮ ਹੈ ਆਪਣੀ, ਤੇ ਕਾਫੀ ਇੰਪੋਰਟੈਂਟ ਪੋਇਮ ਮੰਨੀ ਜਾਂਦੀ ਕਿਉਂਕਿ ਬੋਰਡ ਐਗਜ਼ਾਮਸ ਦੇ ਵਿੱਚ ਕਾਫੀ ਜ਼ਿਆਦਾ ਕੁਐਸਚਨ ਜਿਹੜੇ ਇਸ ਪੋਇਮ ਦੇ ਨਾਲ ਰਿਗਾਰਡਿੰਗ ਵੀ ਜਿਹੜੇ ਆ ਪੁੱਛੇ ਜਾਂਦੇ ਆ। ਸੋ ਗੱਲ ਕਰਦੇ ਹਾਂ ਇਸ ਪੋਇਮ ਬਾਰੇ, ਔਨ ਫਰੈਂਡਸ਼ਿਪ, ਦੋਸਤੀ ਬਾਰੇ ਇਹ ਪੋਇਮ ਹੈ ਜਿਹੜੀ ਕਿ ਖਲੀਲ ਜਿਬਰਾਨ ਨੇ ਜਿਹੜੀ ਇਹ ਪੋਇਮ ਲਿਖੀ ਆ। ਤੇ ਇਸ ਪੋਇਮ ਨੂੰ ਜਿਹੜਾ ਇੱਕ ਬੁੱਕ ਸੀਗੀ ਖਲੀਲ ਜਿਬਰਾਨ ਦੀ ਦਾ ਪ੍ਰੋਫਿਟ, ਜਿਹੜੀ ਕਿ 1923 ਦੇ ਵਿੱਚ ਲਿਖੀ ਗਈ ਸੀ ਬੁੱਕ, ਉਹਦੇ ਵਿੱਚੋਂ ਇਹ ਜਿਹੜੀ ਪੋਇਮ ਜਿਹੜੀ ਆ ਲਈ ਗਈ ਆ। ਤੇ ਇਹ ਪੋਇਮ ਜਦੋਂ ਪਬਲਿਸ਼ ਕੀਤੀ ਗਈ ਤੇ ਕਾਫੀ ਜਿਹੜੀ ਆ ਲੋਕਾਂ ਨੇ ਪਸੰਦ ਕੀਤੀ। ਜਿਸ ਪੋਇਮ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੈ, ਜਿਸ ਪੋਇਮ ਦੇ ਵਿੱਚ ਉਹਨਾਂ ਨੇ ਇੱਕ ਫਰੈਂਡ ਦੀ ਕੀ ਇੰਪੋਰਟੈਂਸ ਹੈ ਉਸ ਚੀਜ਼ ਨੂੰ ਜਿਹੜਾ ਹੈ ਦਰਸਾਇਆ, ਉਸ ਚੀਜ਼ ਨੂੰ ਦੱਸਿਆ ਹੈ। ਸੋ ਇਹ ਪੋਇਮ ਬਿਲਕੁਲ ਤੇ ਬਿਲਕੁਲ ਫਰੈਂਡਸ਼ਿਪ ਬਾਰੇ ਹੀ ਹੈ, ਦੋਸਤੀ ਬਾਰੇ ਹੀ ਹੈ ਕਿ ਇੱਕ ਦੋਸਤ ਕਿਵੇਂ ਸਾਡੀ ਜਿਹੜੀ ਆ ਜ਼ਰੂਰਤਾਂ ਪੂਰੀਆਂ ਕਰਦਾ ਤੇ ਕਿਵੇਂ ਸਾਨੂੰ ਦੁੱਖ ਦੇ ਵਿੱਚ ਜਿਹੜਾ ਉਹ ਸਾਥ ਦਿੰਦਾ ਹੈ। ਸੋ ਸ਼ੁਰੂ ਕਰਦੇ ਹਾਂ ਜੀ ਪੋਇਮ। ਐਂਡ ਅ ਯੂਥ ਸੈਡ ਸਪੀਕ ਟੂ ਅਸ ਆਫ ਫਰੈਂਡਸ਼ਿਪ। ਐਂਡ ਅ ਯੂਥ ਸੈਡ, ਇੱਕ ਨੌਜਵਾਨ ਵਿਅਕਤੀ ਜਿਹੜਾ ਹੈ ਕਵੀ ਨੂੰ ਮਿੱਤਰਤਾ ਬਾਰੇ ਦੱਸਣ ਲਈ ਕਹਿੰਦਾ ਹੈ, ਯਾਨੀ ਦੋਸਤੀ ਬਾਰੇ ਦੱਸਣ ਲਈ ਕਹਿੰਦਾ ਹੈ। ਇੱਕ ਜਵਾਨ ਕਿ ਉਹਦੇ ਨਾਲ ਕੋਈ ਦੋਸਤੀ ਬਾਰੇ ਗੱਲ ਕਰੋ, ਦੋਸਤੀ ਦੀ ਗੱਲ ਕਰੋ। ਯੋਰ ਫਰੈਂਡ ਇਜ਼ ਯੋਰ ਨੀਡ ਆਨਸਰਡ, ਤੇ ਜਵਾਬ ਕੀ ਮਿਲਿਆ ਕਿ ਤੁਹਾਡੀ ਜ਼ਰੂਰਤਾਂ ਜਿਹੜੀਆਂ ਉਹਦਾ ਜਿਹੜਾ ਹੱਲ ਆ ਉਹ ਤੁਹਾਡਾ ਦੋਸਤ ਹੀ ਹੈ। ਕਹਿਣ ਦਾ ਮਤਲਬ ਤੁਸੀਂ ਜਿੰਨੀਆਂ ਵੀ ਤੁਹਾਡੀਆਂ ਲੋੜਾਂ ਨੇ ਨਾ, ਜ਼ਰੂਰਤਾਂ ਨੇ, ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਤੁਹਾਡਾ ਦੋਸਤ ਹੀ ਹੈ। ਮਤਲਬ ਕਿ ਤੁਹਾਨੂੰ ਜਿਹੜਾ ਪਰਮਾਤਮਾ ਨੇ ਤੁਹਾਡੇ ਦੋਸਤ ਨੂੰ ਤੁਹਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਜਿਹੜਾ ਹੈ ਭੇਜਿਆ। ਹੀ ਇਜ਼ ਯੋਰ ਫੀਲਡ ਵਿਚ ਯੂ ਸੋ ਵਿਦ ਲਵ, ਕਹਿੰਦਾ ਕਿ ਉਹ ਤੁਹਾਡੇ ਖੇਤ ਵਾਂਗ ਆ, ਤੁਹਾਡਾ ਦੋਸਤ ਤੁਹਾਡੇ ਖੇਤ ਵਾਂਗ ਆ ਜਿਹਨੂੰ ਤੁਸੀਂ ਪਿਆਰ ਦੇ ਨਾਲ ਬੀਜਦੇ ਹੋ। ਰੀਪ ਵਿਦ ਥੈਂਕਸ ਗਿਵਿੰਗ, ਤੇ ਜਦੋਂ ਉਹ ਪੱਕਦਾ ਹੈ, ਕਹਿੰਦਾ ਮਤਲਬ ਕਿ ਜਦੋਂ ਅਸੀਂ ਫਸਲ ਵੱਢਦੇ ਹਾਂ ਨਾ, ਤੇ ਬਦਲੇ ਦੇ ਵਿੱਚ ਸਾਨੂੰ ਕੀ ਮਿਲਦਾ? ਬਦਲੇ ਦੇ ਵਿੱਚ ਸਾਨੂੰ ਥੈਂਕਸ ਮਿਲਦਾ, ਧੰਨਵਾਦ ਮਿਲਦਾ ਹੈ। ਠੀਕ ਹੈ, ਕਿ ਤੁਸੀਂ ਆਪਣੇ ਉਸ ਖੇਤ ਨੂੰ, ਦੋਸਤ ਰੂਪੀ ਖੇਤ ਨੂੰ ਜਿਹੜਾ ਹੈ ਪਿਆਰ ਦੇ ਨਾਲ ਬੀਜਦੇ ਹੋ ਤੇ ਬਦਲੇ ਦੇ ਵਿੱਚ ਧੰਨਵਾਦ ਰੂਪੀ ਜਿਹੜਾ ਫਸਲ ਨੂੰ ਕੱਟਦੇ ਹੋ। ਐਂਡ ਹੀ ਇਜ਼ ਯੋਰ ਬੋਰਡ ਐਂਡ ਯੋਰ ਫਾਇਰ ਸਾਈਡ। ਹੀ ਇਜ਼ ਯੋਰ ਬੋਰਡ ਦਾ ਮਤਲਬ ਹੈ ਕਿ ਉਹ ਤੁਹਾਡੀ ਢਾਲ ਆ। ਐਂਡ ਯੋਰ ਫਾਇਰ ਸਾਈਡ, ਜਿਵੇਂ ਠੰਡੀਆਂ ਰਾਤਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਗਰਮੈਸ਼ ਦੇਣ ਦੇ ਲਈ ਅੱਗ ਬਾਲ ਕੇ ਜਿਹੜਾ ਗਰਮੈਸ਼ ਲੈਂਦੇ ਹਾਂ, ਸੇਮ ਉਸੇ ਤਰੀਕੇ ਦੇ ਨਾਲ ਇਸ ਚੀਜ਼ ਨੂੰ, ਇਸ ਸੈਂਟੈਂਸ ਨੂੰ ਇਸ ਤਰੀਕੇ ਦੇ ਨਾਲ ਸਮਝਾਇਆ ਗਿਆ ਕਿ ਤੁਹਾਡੇ ਚੰਗੇ ਅਤੇ ਮਾੜੇ ਸਮੇਂ ਦੇ ਵਿੱਚ, ਚੰਗਾ ਸਮਾਂ ਅਤੇ ਮਾੜਾ ਸਮਾਂ, ਤੁਹਾਡਾ ਦੋਸਤ ਹੀ ਤੁਹਾਨੂੰ ਉਸ ਸਮੇਂ ਦੇ ਵਿੱਚ ਜਿਹੜਾ ਹੈ ਹੈਲਪ ਕਰਦਾ ਹੈ। ਇਸ ਕਰਕੇ ਉਹਨੂੰ ਇੱਕ ਢਾਲ ਕਿਹਾ ਗਿਆ, ਤੁਹਾਡੀ ਕਿ ਇੱਕ ਢਾਲ ਹੈ। ਫੋਰ ਯੂ ਕਮ ਟੂ ਹਿਮ ਵਿਦ ਯੋਰ ਹੰਗਰ, ਜਿਹਦੇ ਕੋਲ ਤੁਸੀਂ ਆਪਣੀ ਭੁੱਖ ਸ਼ਾਂਤ ਕਰਨ ਵਾਸਤੇ ਜਾਂਦੇ ਹੋ। ਐਂਡ ਯੂ ਸੀਕ ਹਿਮ ਫॉर ਪੀਸ, ਤੇ ਤੁਸੀਂ ਆਪਣੇ ਆਪ ਨੂੰ ਸ਼ਾਂਤ ਰੱਖਣ ਦੇ ਲਈ ਜਿਹੜਾ ਹੈ ਉਹ ਉਹਦੇ ਕੋਲ ਜਾਂਦੇ ਹੋ। ਜਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਦੁਖੀ ਹੁੰਦੇ ਹਾਂ ਤਾਂ ਤੁਸੀਂ ਉਸ ਨੂੰ ਭਾਲਦੇ ਹੋ, ਕਿ ਜਦੋਂ ਕੋਈ ਵੀ ਦੁੱਖ ਹੁੰਦਾ ਤੁਸੀਂ ਉਹਨੂੰ ਲੱਭਦੇ ਹੋ, ਕਿਉਂਕਿ ਉਹ ਸਾਡੇ ਮਨ ਨੂੰ ਸ਼ਾਂਤੀ ਦਿੰਦਾ ਹੈ। ਇਸ ਕਰਕੇ ਤੁਹਾਡਾ ਦੋਸਤ ਜਦੋਂ ਤੁਹਾਨੂੰ ਕੋਈ ਮਾੜੇ ਸਮੇਂ ਦੇ ਵਿੱਚ ਜਦੋਂ ਤੁਹਾਨੂੰ ਲੋੜ ਹੁੰਦੀ ਹੈ ਤਾਂ ਉਹ ਤੁਹਾਨੂੰ ਇੱਕ ਸ਼ਾਂਤ ਕਰਦਾ ਹੈ, ਤੁਹਾਨੂੰ ਹੈਲਪ ਕਰਦਾ ਹੈ। ਵੈਨ ਯੂਰ ਫਰੈਂਡ ਸਪੀਕ ਹਿਜ਼ ਮਾਈਂਡ ਯੂ ਫੀਅਰ ਨਾਟ ਦਾ ਨੇ ਇਨ ਯੂਰ ਓਨ ਮਾਈਂਡ ਨੋਟ ਡੂ ਯੂ ਵਿਦ ਹੋਲਡ ਦਾ ਏ। ਨੇ ਦਾ ਮਤਲਬ ਹੈ ਨਾ, ਤੇ ਏ ਦਾ ਮਤਲਬ ਹੈ ਹਾਂ, ਯਾਨੀ ਨੋ ਅਤੇ ਯੈਸ। ਵੇਖੋ ਤੁਹਾਡਾ ਦੋਸਤ ਜਿਹੜਾ ਹੈ ਨਾ, ਜਦੋਂ ਵੀ ਉਹ ਤੁਹਾਡੀ ਗੱਲ ਸੁਣਦਾ ਹੈ ਤਾਂ ਉਹਨੂੰ ਇਸ ਚੀਜ਼ ਦਾ ਕੋਈ ਮਤਲਬ ਡਰ ਨਹੀਂ ਹੁੰਦਾ ਕਿ ਉਹ ਤੁਹਾਡੀ ਗੱਲ ਨੂੰ ਯੈਸ ਕਰੇ ਜਾਂ ਤੁਹਾਡੀ ਗੱਲ ਨੂੰ ਨੋ ਕਰੇ, ਸਹਿਮਤ ਹੋਵੇ ਜਾਂ ਅਸਹਿਮਤ ਹੋਵੇ। ਮਤਲਬ ਉਹਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਆ। ਉਹ ਬੇਝਿਜਕ ਜਿਹੜਾ ਹੈ ਤੁਹਾਡੀ ਗੱਲ ਦੇ ਉੱਪਰ ਆਪਣੇ ਵਿਊਜ਼ ਦੇ ਅਕੋਰਡਿੰਗ, ਆਪਣੇ ਮਨ ਦੇ ਅਕੋਰਡਿੰਗ ਤੁਹਾਨੂੰ ਜਵਾਬ ਦਿੰਦਾ, ਭਾਵੇਂ ਉਹ ਨਾ 'ਚ ਜਵਾਬ ਦੇਵੇ, ਭਾਵੇਂ ਉਹ ਹਾਂ 'ਚ ਜਵਾਬ ਦੇਵੇ। ਸੋ ਉਹਨੂੰ ਇਸ ਚੀਜ਼ ਦਾ ਕੋਈ ਡਰ ਨਹੀਂ ਆ। ਉਹਦੇ ਬਾਅਦ ਪੋਇਟ ਕਹਿੰਦਾ ਹੈ ਐਂਡ ਵੈਨ ਹੀ ਇਜ਼ ਸਾਇਲੈਂਟ ਯੋਰ ਹਾਰਟ ਸੀਜ਼ਸ ਨਾਟ ਟੂ ਲਿਸਨ ਟੂ ਹਿਜ਼ ਹਾਰਟ, ਤੇ ਜਦੋਂ ਤੁਹਾਡਾ ਮਿੱਤਰ ਜਿਹੜਾ ਹੈ ਚੁੱਪ ਰਵੇ ਤਾਂ ਸਾਨੂੰ ਉਸ ਦੀਆਂ ਭਾਵਨਾਵਾਂ ਜਿਹੜੀਆਂ ਹੈ ਉਹ ਪਤਾ ਲੱਗ ਜਾਂਦੀਆਂ। ਯਾਨੀ ਕਹਿਣ ਦਾ ਮਤਲਬ ਕਿ ਅਸੀਂ ਉਹਦੀਆਂ ਫੀਲਿੰਗਸ ਨੂੰ ਜਿਹੜਾ ਸਮਝ ਸਕਦੇ ਹਾਂ, ਚਾਹੇ ਉਹ ਨਹੀਂ ਵੀ ਬੋਲ ਰਿਹਾ ਤਾਂ ਵੀ ਤੁਸੀਂ ਉਹਦੀਆਂ ਭਾਵਨਾਵਾਂ ਨੂੰ ਜਿਹੜਾ ਹੈ, ਫੀਲਿੰਗਸ ਨੂੰ ਜਿਹੜਾ ਹੈ ਉਹ ਸਮਝ ਸਕਦੇ ਹੋ। ਫॉर ਵਿਦਾਊਟ ਵਰਡਸ, ਬਿਨਾਂ ਸ਼ਬਦਾਂ ਦੇ, ਜੇਕਰ ਤੁਹਾਡਾ ਉਹ ਫਰੈਂਡ ਜਿਹੜਾ ਹੈ ਬੋਲ ਨਹੀਂ ਰਿਹਾ, ਤੁਹਾਨੂੰ ਉਹਦੇ ਵਿਚਾਰਾਂ ਦਾ ਪਤਾ ਲੱਗਦਾ ਹੈ। ਆਲ ਥਾਟਸ, ਤੁਹਾਨੂੰ ਉਹਦੇ ਵਿਚਾਰਾਂ ਦਾ ਪਤਾ ਲੱਗ ਜਾਂਦਾ ਹੈ। ਆਲ ਡਿਜ਼ਾਇਰਸ, ਤੁਹਾਨੂੰ ਉਹਦੀਆਂ ਸਾਰੀਆਂ ਇੱਛਾਵਾਂ ਦਾ ਪਤਾ ਲੱਗ ਜਾਂਦਾ ਬਿਨਾਂ ਬੋਲੇ ਹੀ।
all expectations ਤੇ ਜਿੰਨੀਆਂ ਉਹਦੀਆਂ ਆਸਾਂ ਨੇ ਉਹ ਆਸਾਂ ਦਾ ਪਤਾ ਲੱਗ ਜਾਂਦਾ ਉਹਦੇ ਬਿਨਾਂ ਬੋਲੇ। ਐਂਡ ਬੋਰਨ ਐਂਡ ਸ਼ੇਅਰਡ, ਇੱਕ ਦੂਸਰੇ ਨੂੰ ਤੁਸੀਂ ਉਹ ਚੀਜ਼ਾਂ ਸ਼ੇਅਰ ਕਰ ਲੈਂਦੇ ਹੋ। ਵਿਦ ਜੋਏ ਦੈਟ ਇਜ਼ ਅਨਕਲੇਮਡ, ਮਤਲਬ ਇਹੋ ਜਿਹੀ ਤੁਹਾਨੂੰ ਖੁਸ਼ੀ ਮਿਲਦੀ ਹੈ ਜਿਹੜੀ ਤੁਸੀਂ ਪ੍ਰਗਟ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ, ਜਿਹਨੂੰ ਤੁਸੀਂ ਨਹੀਂ ਐਕਸਪ੍ਰੈਸ ਕਰ ਸਕਦੇ। ਨੈਕਸਟ ਉਹ ਕਹਿੰਦਾ ਜੀ ਵੈਨ ਯੂ ਪਾਰਟ ਫਰੋਮ ਯੂਰ ਫਰੈਂਡ ਯੂ ਗਰੀਵ ਨਾਟ, ਜਦੋਂ ਤੁਸੀਂ ਆਪਣੇ ਫਰੈਂਡ ਤੋਂ, ਜਦੋਂ ਤੁਸੀਂ ਆਪਣੇ ਦੋਸਤ ਤੋਂ ਦੂਰ ਜਾਂਦੇ ਹੋ ਤਾਂ ਤੁਹਾਨੂੰ ਉਹਦਾ ਕੋਈ ਵੀ ਦੁੱਖ ਜਿਹੜਾ ਉਹ ਨਹੀਂ ਹੁੰਦਾ। ਜਦੋਂ ਉਹ ਦੂਰ ਜਾਂਦਾ ਹੈ ਤੁਹਾਨੂੰ ਉਹਦਾ ਦੁੱਖ ਨਹੀਂ ਹੁੰਦਾ। ਫॉर दैट विच यू लव मोस्ट इन हिम मे बी क्लीयर इन हिज एबसेंस, ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਤੁਹਾਡਾ ਦੋਸਤ ਜਿਹੜਾ ਤੁਹਾਡੇ ਕੋਲ ਨਾ ਹੋਵੇ ਤੇ ਉਹਦੀਆਂ ਕੀ ਖੂਬੀਆਂ ਨੇ, ਕੀ ਕੁਆਲਿਟੀਜ਼ ਨੇ, ਉਹ ਤੁਹਾਨੂੰ ਉਦੋਂ ਹੀ ਕਲੀਅਰ ਹੁੰਦੀਆਂ ਜਦੋਂ ਉਹ ਤੁਹਾਡੇ ਕੋਲ ਨਹੀਂ ਹੁੰਦਾ, ਉਹਦੀ ਐਬਸੈਂਸ ਦੇ ਵਿੱਚ। ਐਜ਼ ਦਾ ਮਾਊਂਟੇਨ ਟੂ ਦਾ ਕਲਾਈਂਬਰ ਇਜ਼ ਕਲੀਅਰ ਫਰੋਮ ਦਾ ਪਲੇਨ, ਕਿ ਜਿਵੇਂ ਇੱਕ ਕਲਾਈਂਬਰ ਆ, ਜਿਵੇਂ ਕੋਈ ਪਹਾੜ ਚੜ੍ਹਨ ਵਾਲਾ ਹੈ, ਉਹ ਮੈਦਾਨ 'ਤੇ ਖੜੇ ਹੋ ਕੇ ਪੂਰੇ ਪਹਾੜ ਨੂੰ ਵੇਖ ਸਕਦਾ ਹੈ, ਲੇਕਿਨ ਜਦੋਂ ਉਹ ਪਹਾੜ 'ਤੇ ਚੜ੍ਹ ਜਾਂਦਾ ਹੈ ਨਾ ਤੇ ਫਿਰ ਉਹ ਉਸ ਪੂਰੇ ਪਹਾੜ ਨੂੰ ਜਿਹੜਾ ਹੈ ਉਹ ਨਹੀਂ ਵੇਖ ਸਕਦਾ, ਕਿਉਂਕਿ ਉਹਦੀ ਇੱਕ ਲਿਮਿਟੇਸ਼ਨ ਹੋ ਜਾਂਦੀ ਹੈ। ਥੱਲਿਓਂ ਤਾਂ ਉਹ ਬਿਲਕੁਲ ਪੂਰਾ ਪਹਾੜ ਵੇਖ ਸਕਦਾ ਹੈ, ਲੇਕਿਨ ਉੱਪਰ ਜਾ ਕੇ ਉਹ ਪੂਰੇ ਪਹਾੜ ਨੂੰ ਨਹੀਂ ਵੇਖ ਸਕਦਾ, ਪਹਾੜ ਦੀ ਦੂਸਰੀ ਸਾਈਡ ਨਹੀਂ ਵੇਖ ਸਕਦਾ। ਇਸ ਕਰਕੇ ਇਹ ਲਾਈਨ ਜਿਹੜੀ ਆ ਉਹਨੇ ਦੱਸੀ ਆ, ਪੋਇਟ ਨੇ ਕਹੀ ਆ ਕਿ ਉਹਦੀ ਐਬਸੈਂਸ ਦੇ ਵਿੱਚ, ਜਦੋਂ ਤੁਹਾਡੇ ਕੋਲ ਨਹੀਂ ਹੁੰਦਾ, ਤੁਹਾਨੂੰ ਉਹਦੀਆਂ ਕੁਆਲਿਟੀਜ਼ ਦਾ ਉਦੋਂ ਹੀ ਪਤਾ ਲੱਗਦਾ ਹੈ। ਐਂਡ ਲੈਟ ਦੇਅਰ ਬੀ ਨੋ ਪਰਪਸ ਇਨ ਫਰੈਂਡਸ਼ਿਪ, ਤੇ ਫਰੈਂਡਸ਼ਿਪ ਦਾ ਕੋਈ ਪਰਪਸ ਵੀ ਜਿਹੜਾ ਉਹ ਨਹੀਂ ਹੋਣਾ ਚਾਹੀਦਾ, ਕਿਉਂਕਿ ਜਦੋਂ ਫਰੈਂਡਸ਼ਿਪ ਦੇ ਵਿੱਚ ਪਰਪਸ ਆ ਜਾਂਦਾ ਹੈ ਨਾ ਤਾਂ ਉਹ ਮਤਲਬ ਬਣ ਜਾਂਦਾ। ਸੋ ਇਸ ਚੀਜ਼ ਦਾ ਮਤਲਬ ਨਹੀਂ ਹੋਣਾ ਚਾਹੀਦਾ। ਕਹਿਣ ਦਾ ਮਤਲਬ ਤੁਸੀਂ ਦੋਸਤੀ ਇਸ ਕਰਕੇ ਨਹੀਂ ਕਰਨੀ ਕਿ ਤੁਸੀਂ ਕੋਈ ਮਤਲਬ ਕੱਢਣਾ ਹੈ, ਮਤਲਬ ਤੁਹਾਡਾ ਕੋਈ ਪਰਪਸ ਨਹੀਂ ਹੋਣਾ ਚਾਹੀਦਾ। ਜੇਕਰ ਤੁਸੀਂ ਦੋਸਤੀ ਦੀ ਸਪਿਰਿਟ ਨੂੰ ਡੂੰਘਾ ਕਰਨਾ ਚਾਹੁੰਦੇ ਹੋ, ਡੀਪਨ ਕਰਨਾ ਚਾਹੁੰਦੇ ਹੋ, ਸੋ ਇਸ ਲਈ ਤੁਹਾਨੂੰ ਕੋਈ ਵੀ ਪਰਪਸ ਜਿਹੜਾ ਉਹ ਆਪਣੇ ਦੋਸਤ ਤੋਂ ਜਿਹੜਾ ਹੈ ਉਹ ਨਹੀਂ ਰੱਖਣਾ ਚਾਹੀਦਾ। ਫॉर ਲਵ ਦੈਟ ਸੀਕਸ ਆਊਟ ਬਟ ਦ ਡਿਸਕਲੋਜ਼ਰ ਆਫ ਇਟਸ ਓਨ ਮਿਸਟਰੀ ਇਜ਼ ਨਾਟ ਲਵ ਬਟ ਅ ਨੈਟ ਕਾਸਟ ਫੋਰਥ ਐਂਡ ਓਨਲੀ ਦ ਅਨਪ੍ਰੋਫਿਟੇਬਲ ਇਜ਼ ਕਾਟ। ਜਿਹੜਾ ਪਿਆਰ ਦੇ ਵਿੱਚੋਂ ਕੋਈ ਵੀ ਜਿਵੇਂ ਕੋਈ ਆਪਣਾ ਫਾਇਦਾ ਲੱਭਦਾ ਹੈ, ਕਿ ਕੋਈ ਦੋਸਤੀ ਦੇ ਵਿੱਚੋਂ ਆਪਣਾ ਫਾਇਦਾ ਲੱਭਦਾ ਹੈ, ਉਹ ਕੋਈ ਦੋਸਤੀ ਨਹੀਂ ਹੁੰਦੀ। ਇਸ ਉਹਦੇ ਵਾਂਗੂ ਹੀ ਹੈ ਜਿਵੇਂ ਕੋਈ ਜਾਲ ਸੁੱਟਦਾ ਹੈ ਨਾ ਕੋਈ ਚੀਜ਼ ਫੜਨ ਵਾਸਤੇ ਪਾਣੀ ਦੇ ਵਿੱਚ, ਸੇਮ ਇਹ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਜਾਲ ਸੁੱਟੋਗੇ ਨਾ ਆਪਣੇ ਅੰਦਰ, ਤਾਂ ਸਿਰਫ ਉਹ ਚੀਜ਼ਾਂ ਜਾਲ ਦੇ ਵਿੱਚ ਆਉਣਗੀਆਂ ਜਿਹੜੀਆਂ ਤੁਹਾਡੇ ਵਾਸਤੇ ਅਨਪ੍ਰੋਫਿਟੇਬਲ ਆ, ਕਿਸੇ ਕੰਮ ਦੀਆਂ ਨਹੀਂ ਹੈਗੀਆਂ, ਮਤਲਬ ਫਿਜ਼ੂਲ ਚੀਜ਼ਾਂ ਜਿਹੜੀਆਂ ਤੁਹਾਡੇ ਉਸ ਜਾਲ ਦੇ ਵਿੱਚ ਫਸਣਗੀਆਂ। ਇਸ ਕਰਕੇ ਮੇਨਲੀ ਇਹ ਚੀਜ਼ ਸਮਝਾਈ ਗਈ ਆ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਸ ਚੀਜ਼ ਨੂੰ ਲੈ ਕੇ ਨਹੀਂ ਚੱਲਣਾ ਕਿ ਜੇਕਰ ਤੁਹਾਡਾ ਦੋਸਤ ਹੈ ਤੇ ਉਹ ਤੁਹਾਨੂੰ ਕੋਈ ਫਾਇਦਾ ਦੇਵੇਗਾ, ਤੁਸੀਂ ਉਸ ਤੋਂ ਫਾਇਦਾ ਲੈ ਕੇ ਨਹੀਂ ਚੱਲਣਾ। ਤੇ ਨਾ ਹੀ ਤੁਸੀਂ ਆਪਣੀ ਦੋਸਤੀ ਦੇ ਵਿੱਚ ਇਹ ਲੱਭਣ ਦੀ ਕੋਸ਼ਿਸ਼ ਕਰਨੀ ਹੈ ਕਿ ਮੈਨੂੰ ਕੀ ਫਾਇਦਾ ਹੈ। ਜਿਵੇਂ ਉਹਨਾਂ ਨੇ ਨੈਟ ਕਾਸਟ ਫੋਰਥ ਵਾਲੀ ਗੱਲ ਲਿਖੀ ਹੈ, ਉਹ ਇਸੇ ਕਰਕੇ ਲਿਖੀ ਗਈ ਹੈ ਕਿ ਜੇਕਰ ਤੁਸੀਂ ਆਪਣੇ ਦੋਸਤੀ 'ਚੋਂ ਕੁਛ ਲੱਭਣ ਦੀ ਕੋਸ਼ਿਸ਼ ਕਰੋਗੇ ਨਾ ਤਾਂ ਸਿਰਫ ਉਹ ਚੀਜ਼ਾਂ ਫੜੀਆਂ ਜਾਣਗੀਆਂ ਜਿਹੜੀਆਂ ਕਿ ਤੁਹਾਡੇ ਵਾਸਤੇ ਕਿਸੇ ਕੰਮ ਦੀਆਂ ਨਹੀਂ ਹੈਗੀਆਂ। ਅੱਗੇ ਉਹ ਕਹਿੰਦਾ ਜੀ ਐਂਡ ਲੈਟ ਯੂਅਰ ਬੈਸਟ ਬੀ ਫॉर ਯੂਅਰ ਫਰੈਂਡ, ਕਿ ਤੁਹਾਡੇ ਅੰਦਰ ਜੋ ਤੁਹਾਡਾ ਬੈਸਟ ਹੈ ਨਾ ਉਹ ਆਪਣੇ ਦੋਸਤ ਵਾਸਤੇ ਰੱਖੋ। ਇਫ ਹੀ ਮਸਟ ਨੋ ਦ ਐਬ ਆਫ ਯੂਰ ਟਾਈਡ, ਐਬ ਦਾ ਮਤਲਬ ਹੁੰਦਾ ਹੈ ਜਿਹੜਾ ਪਾਣੀ ਦਾ ਲਹਾਓ, ਯਾਨੀ ਪਾਣੀ ਦਾ ਲਹਾਓ ਜਿਹੜਾ ਉਹਨੂੰ ਐਬ ਕਿਹਾ ਜਾਂਦਾ ਹੈ। ਕਿ ਜਿਵੇਂ ਟਾਈਡ ਆਉਂਦੇ ਆ ਨਾ, ਟਾਈਡ ਦੇ ਵਿੱਚ ਕੀ ਹੁੰਦਾ ਹੈ ਕਿ ਪਾਣੀ ਦਾ ਲੈਵਲ ਜਿਹੜਾ ਵੱਧਦਾ ਹੈ, ਜਿਹੜਾ ਵੱਧਦਾ ਉਹਨੂੰ ਟਾਈਡ ਕਿਹਾ ਜਾਂਦਾ ਹੈ, ਜਿਹੜਾ ਘਟਦਾ ਉਹਨੂੰ ਐਬ ਕਿਹਾ ਜਾਂਦਾ ਹੈ। ਸੋ ਉਹਨੂੰ ਇਹ ਵੀ ਪਤਾ ਹੋਣਾ ਚਾਹੀਦਾ ਐਬ ਆਫ ਯੂਰ ਟਾਈਡ ਕਿ ਤੁਹਾਡੇ ਪਾਣੀ ਦਾ ਲਹਾਓ, ਕਹਿਣ ਦਾ ਮਤਲਬ ਤੁਹਾਡਾ ਬਿਲਕੁਲ ਥੱਲੇ ਵਾਲਾ ਪੁਆਇੰਟ, ਕਹਿਣ ਦਾ ਮਤਲਬ ਕਿ ਤੁਸੀਂ ਤੁਹਾਡਾ ਜਿਹੜਾ ਮਨੋਬਲ ਆ, ਜਿਹੜਾ ਤੁਹਾਡਾ ਇਹ ਕਹਿ ਸਕਦੇ ਹਾਂ ਕਿ ਜੋ ਤੁਹਾਡਾ ਮਾਈਂਡ ਸੈਟਅਪ ਆ, ਉਹ ਤੁਹਾਡੇ ਮਾਈਂਡ ਸੈਟਅਪ ਨੂੰ ਇੰਨੇ ਚੰਗੇ ਤਰੀਕੇ ਦੇ ਨਾਲ ਸਮਝਦਾ ਹੈ ਕਿ ਉਹ ਜਾਣਦਾ ਹੈ ਕਿ ਤੁਸੀਂ ਆਪਣੇ ਲਾਈਫ ਦੇ ਵਿੱਚ ਸਭ ਤੋਂ ਥੱਲੇ ਕਦੋਂ ਸੀ, ਅਤੇ ਉਹ ਇਹ ਵੀ ਜਾਣਦਾ ਹੈ ਲੈਟ ਹਿਮ ਨੋ ਇਟਸ ਫਲੱਡ ਆਲਸੋ, ਕਿ ਤੁਹਾਡਾ ਮਨੋਬਲ ਸਭ ਤੋਂ ਉੱਚਾ ਕਦੋਂ ਹੁੰਦਾ, ਉਹ ਇਸ ਚੀਜ਼ ਨੂੰ ਵੀ ਜਾਣਦਾ ਹੈ, ਫਲੱਡ ਨੂੰ ਵੀ ਜਾਣਦਾ ਹੈ। ਠੀਕ ਹੈ। ਫॉर ਵਟ ਇਜ਼ ਯੂਰ ਫਰੈਂਡ ਦੈਟ ਯੂ ਸ਼ੁੱਡ ਸੀਕ ਹਿਮ ਵਿਦ ਆਸ ਟੂ ਕਿਲ, ਤਾਂ ਕਹਿੰਦੇ ਵੀ ਤੁਹਾਡਾ ਦੋਸਤ ਜਿਹੜਾ ਹੈ ਸਿਰਫ ਇਸ ਕਰਕੇ ਨਹੀਂ ਹੈ ਕਿ ਤੁਸੀਂ ਜਿਹੜਾ ਹੈ ਵੀ ਆਪਣਾ ਸਮਾਂ ਬਿਤਾਉਣ ਦੇ ਲਈ ਉਹਦੇ ਨਾਲ ਦੋਸਤੀ ਕਰ ਰਹੇ ਹੋ। ਸੀਕ ਹਿਮ ਆਲਵੇਜ਼ ਵਿਦ ਆਸ ਟੂ ਲਿਵ, ਤੁਸੀਂ ਇਸ ਲਈ ਉਹਦੇ ਨਾਲ ਦੋਸਤੀ ਕਰੋ ਤਾਂ ਕਿ ਉਹ ਤੁਸੀਂ ਆਪਣੀ ਜ਼ਿੰਦਗੀ ਜਿਹੜੀ ਉਹਦੇ ਨਾਲ ਗੁਜ਼ਾਰ ਸਕੋ। ਫॉर ਇਟ ਇਜ਼ ਹਿਸ ਟੂ ਫਿਲ ਯੂਰ ਨੀਡ, ਉਹ ਤੁਹਾਡੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਆਇਆ ਹੈ, ਉਹ ਤੁਹਾਡੇ ਖਾਲੀਪਨ ਨੂੰ ਪੂਰਾ ਕਰਨ ਵਾਸਤੇ ਨਹੀਂ ਆਇਆ, ਤੁਹਾਡੀਆਂ ਸਿਰਫ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਾਸਤੇ ਆਇਆ ਹੈ।
ਐਂਡ ਇਨ ਦਾ ਸਵੀਟਨੈਸ ਆਫ ਫਰੈਂਡਸ਼ਿਪ, ਤੇ ਫਰੈਂਡਸ਼ਿਪ ਦੀ ਸਭ ਤੋਂ ਸਵੀਟਨੈਸ ਚੀਜ਼ ਕੀ ਹੈ ਕਿ ਤੁਸੀਂ ਆਪਣੇ ਲਾਫਟਰ ਵੀ ਸ਼ੇਅਰ ਕਰਦੇ ਹੋ, ਲਾਫਟਰ ਦਾ ਮਤਲਬ ਹੈ ਖੁਸ਼ੀਆਂ ਵੀ ਸਾਂਝੀਆਂ ਕਰਦੇ ਹੋ, ਤੇ ਤੁਸੀਂ ਆਪਣੇ ਪਲੈਜਰਸ ਵੀ ਜਿਹੜੇ ਆ ਉਹ ਸਾਂਝੇ ਕਰਦੇ ਹੋ। ਸੋ ਇਹ ਦੋਨੇ ਹੀ ਚੀਜ਼ਾਂ ਜਿਹੜੀਆਂ ਜ਼ਰੂਰੀ ਹੈ, ਹਾਸਾ ਮਖੌਲ ਜਿਹੜਾ ਹੈ ਫਰੈਂਡਸ਼ਿਪ ਦੇ ਵਿੱਚ ਕੀਤਾ ਜਾਂਦਾ ਹੈ, ਸ਼ੇਅਰ ਕੀਤਾ ਜਾਂਦਾ ਹੈ। ਸੋ ਉਹ ਬਹੁਤ ਸਵੀਟਨੈਸ ਹੈ ਫਰੈਂਡਸ਼ਿਪ ਦੀ। ਉਹ ਫॉर in the dew of little things the heart finds its morning and is refreshed। ਤੇ ਜਿਵੇਂ ਸਵੇਰ ਦੀ ਤਰੇਲ ਜਿਹੜੀ ਹੈ ਨਾ ਸਾਨੂੰ ਬਿਲਕੁਲ ਤਰੋ ਤਾਜ਼ਾ ਕਰ ਦਿੰਦੀ ਹੈ, ਤੁਹਾਡੀ ਫਰੈਂਡਸ਼ਿਪ ਵੀ ਜਿਹੜੀ ਹੈ ਉਸ ਸਵੇਰ ਦੀ ਤਰੇਲ ਵਾਂਗੂ ਆ ਜਿਹੜੀ ਤੁਹਾਨੂੰ ਬਿਲਕੁਲ ਤਰੋ ਤਾਜ਼ਾ ਕਰ ਦਿੰਦੀ ਹੈ। ਸੋ ਇਹ ਚੀਜ਼ਾਂ ਜਿਹੜੀਆਂ ਜੋ ਵੀ ਤੁਸੀਂ ਇਸ ਪੋਇਮ ਦੇ ਵਿੱਚ ਪੜ੍ਹੀਆਂ ਬੇਸਿਕਲੀ ਕੀ ਸੀਗੀਆਂ ਕਿ ਰਾਈਟਰ ਨੇ ਖਲੀਲ ਜਿਬਰਾਨ ਨੇ ਤੁਹਾਨੂੰ ਇੰਪੋਰਟੈਂਸ ਦੱਸੀ ਹੈ ਕਿ ਤੁਹਾਡੇ ਦੋਸਤ ਦੀ ਕੀ ਇੰਪੋਰਟੈਂਸ ਹੈ, ਵੀ ਉਹ ਤੁਹਾਡੀਆਂ ਕਿਵੇਂ ਜ਼ਰੂਰਤਾਂ ਨੂੰ ਪੂਰੀਆਂ ਕਰਦਾ ਹੈ, ਕਿਵੇਂ ਉਹ ਤੁਹਾਡੇ ਇਹ ਕਹਿ ਲਓ ਵੀ ਮਾੜੇ ਸਮੇਂ ਦੇ ਵਿੱਚ ਚੰਗੇ ਸਮੇਂ ਦੇ ਵਿੱਚ ਕੰਮ ਆਉਂਦਾ ਹੈ। ਸੋ ਇਹ ਸੀ ਪੋਇਮ ਔਨ ਫਰੈਂਡਸ਼ਿਪ ਜਿਹੜੀ ਕਿ ਖਲੀਲ ਜਿਬਰਾਨ ਨੇ ਫਰੈਂਡਸ਼ਿਪ ਬਾਰੇ ਜਿਹੜੀ ਆ ਡਿਸਕਸ ਕੀਤੀ ਹੈ।